डीएवी कॉलेज अमृतसर के इंस्टीट्यूशन इनोवेशन काउंसिल द्वारा एससी वर्ग के लिए उपलब्ध वित्तीय मदद के लिए एक जागरूकता अभियान टांगरा के 2 गांवों में चलाया गया। ये कार्यक्रम पंजाब स्टेट काउंसिल फॉर साइंस एंड टेक्नोलॉजी चंडीगढ़ के सहयोग से करवाया गया है। कार्यक्रम का शुभारंभ एसडीएम सोनम ने किया और कहा कि उच्च शिक्षण संस्थानों द्वारा युवाओं को नवाचार और स्टार्टअप के लिए अधिक से अधिक प्रेरित करने की ज़रूरत है। उन्होंने कहा, मैं जिन्ना भी थोड़ा बहुत मोटिवेट कर पावां, मुझे तुहाडे चों 1-2 बच्चे भी ਜਿਹੜੇ ਵੀ ਸਕੀਮਾਂ ਦੇ ਬਾਰੇ 'ਚ ਜਾਂ ਇਨ ਜਨਰਲ ਜਿਹੜੀਆਂ ਸਕੀਮਾਂ ਆਪਣੇ ਲਈ ਚੱਲ ਰਹੀਆਂ ਨੇ ਉਹਨਾਂ ਨੂੰ ਯੂਟੀਲਾਈਜ਼ ਕਰ ਪਾਉਣ ਅਤੇ ਉਹਨਾਂ ਨੂੰ ਯੂਜ਼ ਕਰਕੇ ਤੁਸੀਂ ਅੱਗੇ ਵੱਧ ਪਾਓ, ਉਹ ਸਾਡੇ ਲਈ ਇੱਕ ਸਕਸੈਸ ਹੋਏਗੀ। ਬਿਕਾਜ਼ ਐਜ਼ ਐਡਮਿਨਿਸਟ੍ਰੇਟਰਸ ਅਸੀਂ ਇੰਨਾ ਹੀ ਕਰ ਸਕਦੇ ਹਾਂ ਕਿ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮੁਹੱਈਆ ਕਰਾਈਆਂ ਜਾਂਦੀਆਂ ਨੇ ਉਹਦੇ ਬਾਅਦ 'ਚ ਤੁਹਾਨੂੰ ਦੱਸ ਪਾਈਏ। ਉਹਦੇ ਬਾਅਦ 'ਚ ਤੁਸੀਂ ਹੈ ਜਿਨ੍ਹਾਂ ਨੇ ਖੁਦ ਮੋਟੀਵੇਸ਼ਨ ਲੈ ਕੇ ਖੁਦ ਇਨਕਰੇਜਮੈਂਟ ਲੈ ਕੇ ਉਹਨਾਂ ਲਈ ਅਪਲਾਈ ਕਰਨਾ, ਮਿਹਨਤ ਕਰਨੀ ਹੈ ਅਤੇ ਉਹਨਾਂ ਨੂੰ ਯੂਟੀਲਾਈਜ਼ ਕਰਕੇ ਅੱਗੇ ਵਧਣਾ ਹੈ। ਉਸੇ ਲਈ ਇੱਕ ਪ੍ਰੈਜੈਂਟੇਸ਼ਨ ਹੋਏਗੀ ਜਿਹੜੀ ਮਿਸਿਸ ਪ੍ਰਿਯੰਕਾ ਲੈਣਗੇ। ਉਹ ਤੁਹਾਨੂੰ ਅਲੱਗ-ਅਲੱਗ ਸਕੀਮਾਂ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਕੇ ਅੱਗੇ ਸ਼ੀ ਇਜ਼ ਸੱਚ ਐਨ ਇੰਸਪੀਰੇਸ਼ਨ ਫॉर ਯੂ ਆਲ, ਉਹਨਾਂ ਨੇ ਸਿੰਗਲ ਹੈਂਡਡਲੀ ਆਪਣਾ ਇੰਨਾ ਵੱਡਾ ਬਿਜ਼ਨਸ ਖੜਾ ਕੀਤਾ ਹੋਇਆ ਹੈ ਤਾਂ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਉਹਨਾਂ ਨੂੰ ਯੂਟੀਲਾਈਜ਼ ਕਰਕੇ ਕਿਵੇਂ ਅੱਗੇ ਵੱਧ ਸਕਦੇ ਹੋ। ਬਿਕਾਜ਼ ਹੈਵਿੰਗ ਜੌਬਸ ਇਜ਼ ਵਨ ਵੇ, ਬਟ ਬਿਜ਼ਨਸ ਹਜੇ ਖੜਾ ਕਰਨਾ ਹਜੇ ਵੀ ਆਪਾਂ ਨੂੰ ਔਖਾ ਲੱਗਦਾ ਹੈ। ਉਹਦੇ ਬਾਰੇ 'ਚ ਆਪਾਂ ਨੂੰ ਉਨੀ ਨੌਲੇਜ ਨਹੀਂ। ਤੁਸੀਂ ਮੈਨੂੰ ਕਹਿ ਦਿਓ, ਮੈਨੂੰ ਵੀ ਡਰ ਲੱਗੇਗਾ ਕਿ ਜੇ ਮੈਂ ਕਿਵੇਂ ਸ਼ੁਰੂ ਕਰਾਂ, ਕਿੱਥੋਂ ਮੈਂ ਫੰਡਿੰਗ ਲੈ ਸਕਦੀ ਹਾਂ, ਮੈਨੂੰ ਕੋਈ ਗਵਰਨਮੈਂਟ ਸਪੋਰਟ ਹੈ ਜਾਂ ਨਹੀਂ, ਕੋਈ ਇੰਡਸਟਰੀਅਲਿਸਟ ਹੈ ਜਿਹੜਾ ਮੈਨੂੰ ਸੀਡਿੰਗ ਲਈ ਕੁਝ ਸਪੋਰਟ ਦੇ ਸਕਦਾ ਹੈ ਨਹੀਂ। ਉਹ ਸਭ ਨੌਲੇਜ ਹਜੇ ਆਪਾਂ ਨੂੰ ਬਹੁਤ ਘੱਟ ਹੈ। ਹਜੇ ਆਪਾਂ ਨੂੰ ਕੀ ਪਤਾ ਕਿ ਜਾਂ ਤਾਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਲਓ ਜਾਂ ਕੈਨੇਡਾ ਚਲੇ ਜਾਓ ਜਾਂ ਫਿਰ ਕੋਈ ਪ੍ਰਾਈਵੇਟ ਨੌਕਰੀ ਕਰ ਲਾਂਗੇ। ਦੈਟ ਵੱਡਾ ਇੱਕ ਸਕਸੈਸਫੁਲ ਬਿਜ਼ਨਸ ਖੜਾ ਕਰਨਾ, ਉਹਦੇ ਰਿਲੇਟਡ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਮੈਡਮ ਦੇਣਗੇ। ਮੈਂ ਤੁਹਾਨੂੰ ਇਹੀ ਕਹਿ ਸਕਦੀ ਹਾਂ ਕਿ ਤੁਹਾਨੂੰ ਜੋ ਪਲੈਟਫਾਰਮ ਹੁਣ ਮਿਲ ਰਿਹਾ ਹੈ, ਜਿਵੇਂ ਸਰ ਕਹਿ ਰਹੇ ਸੀ ਕਿ ਪਿੰਡਾਂ 'ਚ ਜਿਹੜੇ ਰਹਿੰਦੇ ਨੇ ਉਹਨਾਂ 'ਚ ਕਿਵੇਂ ਹੁਣ ਇੱਕ ਡਿਸਪੈਰਿਟੀ ਹੁੰਦੀ ਸੀ। ਇਹ ਪਹਿਲਾਂ ਦੀਆਂ ਗੱਲਾਂ ਨੇ ਕਿ ਜਿਹੜਾ ਸ਼ਹਿਰ 'ਚ ਰਹਿ ਰਿਹਾ ਉਹਨੂੰ ਰਿਸੋਰਸਿਸ ਮਿਲ ਗਏ, ਉਹ ਬੁੱਕਸ ਖਰੀਦ ਪਾ ਰਿਹਾ ਹੈ, ਉਹ ਅੱਛੇ ਟੀਚਰਸ ਨੂੰ ਮਿਲ ਪਾ ਰਿਹਾ ਤਾਂ ਉਹ ਅੱਗੇ ਵੱਧ ਜਾਂਦੇ ਸੀ। ਐਂਡ ਦੈਨ ਦੇਅਰ ਯੂਜ਼ਡ ਟੂ ਬੀ ਅ ਗੈਪ ਕਿ ਪਿੰਡਾਂ ਵਾਲਿਆਂ ਨੂੰ ਥੋੜ੍ਹਾ ਜਿਹਾ ਐਕਸੈਸਿਬਿਲਿਟੀ ਇਸ਼ੂ ਆਉਂਦਾ ਸੀ। ਬਟ ਵਿਦ ਸੋ ਮਚ ਗਰੋਥ ਆਫ ਮੀਡੀਆ ਤੁਹਾਡੇ ਕੋਲ ਇੰਨੀ ਐਕਸੈਸਿਬਿਲਿਟੀ ਹੈ। ਕਿੰਨੇ ਲੋਕ ਇੱਥੇ ਜਿਹੜੇ ਸਮਾਰਟਫੋਨ ਚਲਾਉਂਦੇ ਨੇ, ਜਿਨ੍ਹਾਂ ਦੇ ਘਰਾਂ 'ਚ ਸਮਾਰਟਫੋਨ ਹੈਗੇ ਨੇ ਸਾਰਿਆਂ ਦੇ ਘਰਾਂ 'ਚ। ਸੋ ਨਾਓ ਦੈਟ ਗੈਪ ਹੈਜ਼ ਰਿਡਿਊਸਡ। ਨਾਓ ਇਟ ਇਜ਼ ਅਪੋਨ ਅਸ ਕਿ ਅਸੀਂ ਉਹਨਾਂ ਰਿਸੋਰਸਿਸ ਨੂੰ ਕਿੰਨੀ ਇਫੈਕਟਿਵਲੀ ਯੂਟੀਲਾਈਜ਼ ਕਰੀਏ। ਤੁਸੀਂ ਯੂਟਿਊਬ 'ਤੇ ਬਹੁਤ ਸਾਰੇ ਤੁਹਾਨੂੰ ਫ੍ਰੀ ਮੀਡੀਅਮਸ ਮਿਲਣਗੇ, ਜ਼ਰੂਰੀ ਨਹੀਂ ਹੈ ਕਿ ਉਹ ਸਹੀ ਹੋਣ। ਪ੍ਰੋਬਲਮ ਇਹ ਹੈ ਕਿ ਨਾਓ ਦੇਰ ਇਜ਼ ਐਕਸੈਸ ਆਫ ਰਿਸੋਰਸਿਸ। ਉਹਨਾਂ 'ਚੋਂ ਚੁਣ ਕੇ ਜੋ ਸਾਡੇ ਕੰਮ ਦਾ ਉਹਨੂੰ ਯੂਜ਼ ਕਰਨਾ, ਉਹ ਹੁਣ ਇੱਕ ਉਹਨਾਂ ਸਾਡੇ 'ਤੇ ਆਉਂਦਾ ਹੈ। ਬਟ ਐਜ਼ ਸੱਚ ਦੇਰ ਇਜ਼ ਨੋ ਡੈਥ ਆਫ ਰਿਸੋਰਸਿਸ ਤੁਸੀਂ ਕਿਤੇ ਵੀ ਬੈਠੇ ਹੋ, ਰਿਮੋਟੈਸਟ ਏਰੀਆ 'ਚ ਵੀ ਬੈਠੇ ਹੋ। ਸਾਡੀ ਟ੍ਰੇਨਿੰਗ ਹੁੰਦੀ ਅਸੀਂ ਉਹਦੇ ਲਈ ਕਸ਼ਮੀਰ ਗਏ ਹੋਏ ਸੀ। ਉਸ ਟਾਈਮ ਉੱਥੇ ਕੀ ਸੀ ਕਿ ਇੰਟਰਨੈਟ ਕੁਝ ਟਾਈਮ ਲਈ ਚੱਲਦਾ ਰਹਿੰਦਾ ਸੀ, ਫਿਰ ਉਹਦੇ ਬਾਅਦ 'ਚ ਬੰਦ ਹੋ ਜਾਂਦਾ ਸੀ। ਉਹਦੇ ਵਿੱਚ ਡਾਊਨਲੋਡ ਕਰਕੇ ਬੱਚੇ ਉੱਥੇ ਪੜ੍ਹਦੇ ਨੇ। ਵੀ ਡੂ ਨੋਟ ਹੈਵ ਸੱਚ ਸਿਚੁਏਸ਼ਨ ਹੀਅਰ। ਤਾਂ ਆਪਾਂ ਇੱਥੇ ਤਾਂ ਉਹਨੂੰ ਹੋਰ ਚੰਗੀ ਤਰ੍ਹਾਂ ਨਾਲ ਯੂਟੀਲਾਈਜ਼ ਕਰ ਸਕਦੇ ਹਾਂ। ਤਾਂ ਹੁਣ ਆਪਣੇ ਉੱਪਰ ਹੈ ਇਹ ਕਿ ਆਪਾਂ ਆਪ ਇਨਕਰੇਜਮੈਂਟ ਲੈ ਕੇ ਆਪਾਂ ਰਿਸੋਰਸਿਸ ਨੂੰ ਯੂਟੀਲਾਈਜ਼ ਕਰੀਏ। ਤੁਹਾਨੂੰ ਔਨਲਾਈਨ ਸਭ ਕੁਝ ਮਿਲ ਜਾਂਦਾ ਹੈ, ਨਹੀਂ ਮਿਲਦਾ ਤਾਂ ਤੁਸੀਂ ਆਪਣੇ ਸਕੂਲ 'ਚ ਪ੍ਰਿੰਸੀਪਲ ਮੈਮ ਨਾਲ, ਟੀਚਰਸ ਨਾਲ ਗੱਲ ਕਰੋ, ਉਹ ਸਾਡੇ ਨਾਲ ਗੱਲ ਕਰਨ। ਅਸੀਂ ਤੁਹਾਨੂੰ ਬੁੱਕਸ ਮੁਹੱਈਆ ਕਰਾਵਾਂਗੇ। ਤੁਹਾਨੂੰ ਕੋਈ ਵੀ ਕੰਪੀਟੀਟਿਵ ਕੋਚਿੰਗ ਵਾਲੀਆਂ ਚਾਹੀਦੀਆਂ ਨੇ, ਅਸੀਂ ਤਾਂ ਖੁਦ ਫ੍ਰੀ ਕੋਚਿੰਗ ਕਰਵਾ ਰਹੇ ਹਾਂ ਲੜਕੀਆਂ ਲਈ। ਤੁਹਾਨੂੰ ਪਤਾ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਸਟ 12th ਪਾਸ ਆਊਟ ਬੱਚੇ 12th ਬੱਚਿਆਂ ਲਈ ਫ੍ਰੀ ਕੋਚਿੰਗ ਕਰਾ ਰਿਹਾ ਨਹੀਂ ਨਾ। ਜਿਹੜੇ ਵੀ ਸਰਕਾਰੀ BC ਗ੍ਰੇਡ ਦੀਆਂ ਜਿਹੜੀਆਂ ਆਪਣੀਆਂ ਨੌਕਰੀਆਂ ਹੁੰਦੀਆਂ ਉਹਨਾਂ ਲਈ ਅਸੀਂ ਕਰਾ ਰਹੇ ਹਾਂ, ਫਿਰ ਅਸੀਂ ਉਹਨਾਂ ਲਈ ਰਿਸੋਰਸਿਸ ਮੁਹੱਈਆ ਕਰਾ ਰਹੇ ਹਾਂ। ਤਾਂ ਇਹ ਸਭ ਤੁਸੀਂ ਐਕਟਿਵਲੀ ਪਰਸਿਊ ਕਰੋ, ਇੱਧਰੋਂ ਉੱਧਰੋਂ ਪਤਾ ਕਰੋ। ਯੂ ਵਿਲ ਗੈਟ ਟੂ ਨੋ। The point is there is a lot that we can do with the given resources। ਭਾਵੇਂ ਉਹ ਤੁਹਾਨੂੰ ਜਿੰਨੀਆਂ ਸਕੀਮਾਂ ਉਹਨਾਂ ਦੇ ਬਾਰੇ 'ਚ ਹੋਵੇ, ਰਿਸੋਰਸਿਸ ਜਿਹੜੇ ਆਪਾਂ ਦੇ ਸਕਦੇ ਹਾਂ ਉਹਨਾਂ ਦੇ ਬਾਰੇ ਵਿੱਚ ਹੋਵੇ, ਜਾਂ ਜਿੰਨੀ ਵੀ ਗਾਈਡੈਂਸ। ਅੱਜ ਕੱਲ੍ਹ ਤੁਹਾਨੂੰ ਯੂ ਵਿਲ ਗੈਟ ਸੋ ਮੈਨੀ ਪੀਪਲ ਜੋ ਤੁਹਾਨੂੰ ਫ੍ਰੀ ਕਾਉਂਸਲਿੰਗ ਕਰਦੇ ਨੇ। ਪਹਿਲਾਂ ਤਾਂ ਕਾਉਂਸਲਿੰਗ ਦੇ ਵੀ ਪੈਸੇ ਲੱਗਦੇ ਸੀਗੇ ਕਿ ਅਸੀਂ ਪ੍ਰਾਈਵੇਟ ਕਾਉਂਸਲਰਸ ਨੂੰ ਮਿਲ ਰਹੇ ਹਾਂ, ਹਜੇ ਵੀ ਉਹ ਹੈਗੇ ਨੇ। ਬਟ ਅਦਰ ਦੈਨ ਦੈਟ ਯੂ ਸੀ ਦੇਰ ਆਰ ਸੋ ਮੈਨੀ ਹੂ ਐਕਟਿਵਲੀ ਕਮ ਫਾਰਵਰਡ ਕਿ ਉਹ ਕੰਮ ਕਰਨਾ ਚਾਹੁੰਦੇ ਨੇ ਸੁਸਾਇਟੀ ਵਿੱਚ ਆ ਕੇ। ਤਾਂ ਤੁਸੀਂ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਤਾਲਮੇਲ ਕਰਾਈਏ। ਤੁਹਾਨੂੰ ਕੋਈ ਡਿਫਿਕਲਟੀ ਆਉਂਦੀ ਹੈ, ਤੁਸੀਂ ਉਹਨੂੰ ਰੀਅਲ ਟਾਈਮ ਸਾਨੂੰ ਦੱਸੋ, ਅਸੀਂ ਉਹਦਾ ਤੁਹਾਨੂੰ ਸੋਲਿਊਸ਼ਨ ਦਈਏ। ਅਸੀਂ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਡੇ ਲਈ ਇਹ ਕਰ ਸਕਦੇ ਹਾਂ। ਜਿਵੇਂ ਕਿ ਅੱਜ ਹੀ ਇੱਕ ਹੋਰ ਅਸੀਂ ਇਨੀਸ਼ੀਏਟਿਵ ਸ਼ੁਰੂ ਕਰ ਰਹੇ ਹਾਂ ਐਡਮਿਨਿਸਟ੍ਰੇਸ਼ਨ ਦਾ, ਆਈ ਐਸਪਾਇਰ। ਉਹਦੇ ਵਿੱਚ ਕੀ ਹੈ, ਸੇ ਸਮਬਡੀ ਵਾਂਟਸ ਟੂ ਬੀ ਅ ਸਕਸੈਸਫੁਲ ਡਾਕਟਰ। ਸਾਡੇ ਇੱਥੇ ਸਿਵਲ ਸਰਜਨ ਵੀ ਇੱਕ ਫੀਮੇਲ ਡਾਕਟਰ ਨੇ, ਡਾਕਟਰ ਕਿਰਨਦੀਪ। ਤਾਂ ਅਸੀਂ ਉਹਨਾਂ ਨਾਲ ਤੁਹਾਡੇ ਵਿੱਚੋਂ ਕਿਸੇ ਇੱਕ ਦਾ ਇੱਕ ਪੂਰਾ ਦਿਨ ਉਹਨਾਂ ਨਾਲ ਅਸੀਂ ਰਹਿਣ ਦਾ ਮੌਕਾ ਦੇਵਾਂਗੇ ਕਿ ਤੁਸੀਂ ਦੇਖੋ ਉਹਨਾਂ ਦੀ ਦਿਨਚਰਿਆ ਕੀ ਹੈ, ਉਹ ਦਿਨ 'ਚ ਕਿੰਨਾ ਕੰਮ ਕਰਦੇ ਨੇ। ਯੂ ਵਿਲ ਗੈਟ ਟੂ ਰਿਅਲਾਈਜ਼ ਕਿ ਸਿਰਫ ਡਾਕਟਰ ਬਣਨਾ ਇੱਕ ਫੈਂਸੀ ਚੀਜ਼ ਨਹੀਂ ਹੈ। ਸਵੇਰ ਤੋਂ ਸ਼ਾਮ ਤੱਕ ਉਹ ਕੀ ਕੰਮ ਕਰਦੇ ਨੇ, ਉਹਨਾਂ ਨੂੰ ਕਿਹੜੀ ਮੀਟਿੰਗ ਕਰਨੀ ਪੈਂਦੀ ਹੈ, ਕਿਹੜੇ ਇਸ਼ੂ ਸੋਲਵ ਕਰਨੇ ਪੈਂਦੇ ਨੇ। ਇਫ ਸਮਬਡੀ ਵਾਂਟਸ ਟੂ ਬੀ ਐਨ IAS ਆਫਿਸਰ, ਅਸੀਂ ਉਹਨਾਂ ਨੂੰ DC ਮੈਮ ਨਾਲ ਮਿਲਾਵਾਂਗੇ।
ਕਿ ਤੁਸੀਂ ਦੇਖੋ ਉਹਨਾਂ ਦੀ ਦਿਨਚਰਿਆ ਕੀ ਹੈ। ਸੋ ਦੈਟ ਇਜ਼ ਵਾਈ ਹੀ ਹੈਜ਼ ਸੋ ਮਚ ਐਕਸਪੋਜ਼ਰ, ਰਾਈਟ। ਤਾਂ ਤੁਸੀਂ ਖੁਦ ਪੁਸ਼ ਕਰੋ। ਜਿਵੇਂ ਮੈਂ ਤੁਹਾਨੂੰ ਆ ਕੇ ਹੁਣ ਗੱਲ ਕਰਕੇ ਜਾ ਰਹੀ ਹਾਂ, ਤੁਸੀਂ ਮੈਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰੋ, ਮੈਂ ਨਹੀਂ ਕਰਦੀ, ਮੇਰੀ ਰਿਸਪੌਂਸਿਬਿਲਟੀ ਹੈ, ਬਟ ਤੁਸੀਂ ਮੇਰੇ ਨਾਲ ਧੱਕਾ ਕਰੋ ਕਿ ਨਹੀਂ ਮੈਡਮ ਤੁਸੀਂ ਕਿਹਾ ਸੀ ਨਾ, ਤੁਸੀਂ ਦੱਸੋ ਇਹ ਕਿਵੇਂ ਹੁੰਦਾ ਵਾ, ਤੁਸੀਂ ਦੱਸੋ ਇਹ ਤੁਸੀਂ ਪੜ੍ਹਨ ਨੂੰ ਦੱਸਿਆ ਸੀ, ਅਸੀਂ ਕਿਹੜਾ ਰਿਸੋਰਸ ਲੱਭ ਸਕਦੇ ਹਾਂ, ਰਾਈਟ। ਸੋ ਯੂ ਹੈਵ ਟੂ ਅਪਰੋਚ ਯੂਰ ਟੀਚਰਸ। ਤੁਸੀਂ ਉਹਨਾਂ ਨੂੰ ਪੁਸ਼ ਕਰੋ ਕਿ ਉਹ ਤੁਹਾਡੀ ਮਦਦ ਕਰਨ। ਇੱਦਾਂ ਜਦੋਂ ਆਪਾਂ ਕਰਾਂਗੇ ਤਾਂ ਹੀ ਆਪਾਂ ਅੱਗੇ ਵਧ ਸਕਦੇ ਹਾਂ। ਆਪਾਂ ਕਹੀਏ ਕੋਈ ਸਾਨੂੰ ਸਪੂਨ ਫੀਡ ਕਰ ਦੇਗਾ, ਕੋਈ ਨਹੀਂ ਕਰ ਸਕਦਾ। ਇਹ ਸਭ ਕਹਿਣ ਦੀਆਂ ਗੱਲਾਂ ਨੇ ਕਿ ਇਹ ਸਭ ਆਲ ਦੀਜ਼ ਆਰ ਸ਼ੈਮ। ਆਪਾਂ ਕੀ ਕਰ ਸਕਦੇ ਹਾਂ, ਜੋ ਸਾਡੀ ਆਪ ਦਾ ਜਿੰਨਾ ਵੀ ਆਪਾਂ ਮਿਹਨਤ ਕਰ ਸਕਦੇ ਹਾਂ ਉਹ ਸਾਡੀ ਰੀਅਲ ਸਟਰੈਂਥ ਹੈ, ਰਾਈਟ। ਤੁਹਾਨੂੰ ਟੀਚਰ ਕਿੱਦਾਂ ਕਰ ਰਹੇ ਨੇ, ਕਈ ਵਾਰ ਹੁੰਦਾ ਕਿ ਆਪਾਂ ਜਾਂਦੇ ਹਾਂ ਸਕੂਲਾਂ 'ਚ, ਆਪਾਂ ਕੰਪਲੇਂਟ ਮੋਡ 'ਚ ਆ ਜਾਂਦੇ ਹਾਂ ਕਿ ਜੀ ਆਹ ਦੇਖੋ ਤੁਸੀਂ ਕੀ ਕਰ ਰਹੇ ਹੋ, ਤੁਸੀਂ ਉਹ ਦੇਖੋ ਪਹਿਲਾਂ। ਉਹ ਸਭ ਦੇਖਣਾ ਸਾਡਾ ਕੰਮ ਹੈ, ਉਹ ਅਸੀਂ ਦੇਖਾਂਗੇ। ਪਰ ਜਿੰਨੇ ਰਿਸੋਰਸ ਤੁਹਾਨੂੰ ਮਿਲੇ ਹੋਏ ਨੇ ਉਹਨਾਂ 'ਚ ਤੁਸੀਂ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਉਹਨੂੰ ਕਿਵੇਂ ਅੱਗੇ ਯੂਜ਼ ਕਰਕੇ ਵੱਧ ਸਕਦੇ ਹੋ। ਹੁਣ ਮੈਡਮ ਵੀ ਤੁਹਾਨੂੰ ਇਹੀ ਦੱਸਣਗੇ ਕਿ ਕੁਝ ਸਕੀਮਾਂ ਨੇ ਜਿਨ੍ਹਾਂ ਨੂੰ ਤੁਸੀਂ ਅੱਗੇ ਯੂਜ਼ ਕਰ ਸਕਦੇ ਹੋ, ਤਾਂ ਤੁਸੀਂ ਉਹਦੇ ਬਾਅਦ 'ਚ ਕੁਐਸਚਨ ਪੁੱਛੋ, ਉਹਦੇ ਬਾਅਦ 'ਚ ਪੜ੍ਹੋ ਅੱਗੇ ਜਾ ਕੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ, ਤੁਹਾਡੇ ਲਈ ਕਿਸ ਚੀਜ਼ ਲਈ ਐਲੀਜੀਬਿਲਿਟੀ ਹੈਗੀ ਹੈ, ਉਹ ਅਪਲਾਈ ਕਰੋ। ਕੋਈ ਇਸ਼ੂ ਆਉਂਦਾ ਹੈ ਐਡਮਿਨਿਸਟ੍ਰੇਸ਼ਨ ਨੂੰ ਮਿਲੋ, ਅਤੇ ਉਹਦੇ ਨਾਲ ਤੁਹਾਡੇ 'ਚੋਂ ਕੋਈ ਵੀ ਸਕਸੈਸਫੁਲ ਹੋ ਜਾਂਦਾ ਉਹ ਸਾਡੀ ਸਕਸੈਸ ਅਸੀਂ ਮੰਨਾਂਗੇ। ਪਰ ਤੁਸੀਂ ਆਪ ਇਨੀਸ਼ੀਏਟਿਵ ਲਓ, ਆਪਣੇ ਆਸ-ਪਾਸ ਲੋਕਾਂ ਨੂੰ ਦੱਸੋ, ਆਪਣੇ ਫਰੈਂਡਸ ਨੂੰ ਦੱਸੋ ਜਿਹੜੇ ਇੱਥੇ ਨਹੀਂ ਆਏ ਹੈਗੇ ਕਿ ਆਪਾਂ ਕਿਵੇਂ ਕਰ ਸਕਦੇ ਹਾਂ, ਤਾਂ ਕਿ ਆਪਾਂ ਇੱਥੇ ਰਹਿ ਕੇ ਹੁਣ ਆਪਾਂ ਦੇਖਦੇ ਹਾਂ ਆਪਣੇ ਇੱਥੇ ਕੀ ਟ੍ਰੈਂਡ ਹੈ ਪੰਜਾਬ 'ਚ, ਆਪਾਂ ਸਾਰੇ ਬਾਹਰ ਚਲੇ ਜਾਂਦੇ ਹਾਂ, ਤਾਂ ਪੰਜਾਬ ਨੂੰ ਅੱਗੇ ਕੌਣ ਲੈ ਕੇ ਜਾਏਗਾ। ਮੈਂ ਕਹਿੰਦੀ ਹਾਂ ਪੰਜਾਬ ਵਧੀਆ ਨਹੀਂ, ਮੈਂ ਬਾਹਰ ਚਲੀ ਗਈ, ਅਤੇ ਜੇ ਮੈਂ ਖੁਦ ਹੀ ਇੱਥੇ ਰਿਸਪੌਂਸਿਬਿਲਿਟੀ ਲੈ ਕੇ ਕੰਮ ਨਹੀਂ ਕਰ ਰਹੀ ਤਾਂ ਕੌਣ ਕਰੇਗਾ, ਕੋਈ ਨਹੀਂ ਨਾ। ਇੱਥੋਂ ਲਈ ਆਪਾਂ ਹੀ ਕੰਮ ਕਰਨਾ। ਤਾਂ ਤੁਸੀਂ ਮੇਰੇ ਤੁਹਾਡੇ ਲਈ ਸਿਰਫ ਇਹੀ ਦੇਖੋ ਵਾਸਤੇ ਕਿ ਤੁਸੀਂ ਜੋ ਵੀ ਕਰ ਸਕਦੇ ਹੋ ਟਰਾਈ ਟੂ ਵਰਕ ਹਾਰਡ ਹੀਅਰ ਓਨਲੀ। ਬਾਹਰ ਜਾ ਕੇ ਬਹੁਤ ਮਿਹਨਤ ਹੈ। ਜੇ ਤੁਹਾਡੇ ਆਸ-ਪਾਸ ਗਏ ਹੋਣਗੇ ਤੁਸੀਂ ਇਹਨਾਂ ਨੂੰ ਪੁੱਛੋ, ਯੂ ਵਿਲ ਸੀ ਕਿ ਇੱਥੇ ਜਿੰਨਾ ਆਪਾਂ ਕੰਮ ਕਰਦੇ ਹੋ ਤਾਂ 10 ਗੁਣਾ ਜਾ ਕੇ ਉੱਥੇ ਕੰਮ ਕਰਦੇ ਨੇ, ਤਾਂ ਉਹ ਸਕਸੈਸਫੁਲ ਹੁੰਦੇ ਨੇ, ਰਾਈਟ। ਮਿਹਨਤ ਕਰੋ, ਦੈਨ ਦੇਰ ਇਜ਼ नो वे कि ਤੁਸੀਂ सक्सेसफुल नहीं होंगे। ठीक है जी, धन्यवाद। लघु उद्योग की प्रेसिडेंट प्रियंका गोयल ने भी गांव के युवाओं को उद्योग स्थापित करने के लिए प्रेरित किया। उन्होंने कहा कि लफ्ज़ जो हम बचपन से सुनते आ रहे हैं कि सफलता की कुंजी क्या है, मेहनत, और उस मेहनत को करने के लिए अपने दिलो दिमाग और आत्मा सबके दरवाजे खुले रखने हैं। हम आए और चले गए, कुछ बातें आपसे शेयर करेंगे, लेकिन उन बातों का क्या इम्प्लीमेंट होता है आपके ऊपर, एक्चुअल में वो इम्प्रेसिव होना चाहिए। आपके लिए आज कौन आया है, क्या बोल के गया है। मैडम सोनम ने आपको कितनी अच्छी बातें कही कि आप भी उनकी तरह IAS ऑफिसर बन सकते हो, बन सकते हैं। क्यों? क्योंकि उन्होंने मेहनत की और वहाँ तक पहुँचे। हर एक बच्चा डिफरेंट है, किसी एक की सूरत एक दूसरे से मिलती है। अगर यहाँ पे 50 लोग बैठे हैं, जैसे कि सर ने बताया कि हमारे यहाँ पे 450 स्टूडेंट्स की स्ट्रेंथ है, उसमें से मुझे लगता है कि 400 मिसिंग हो गए। शायद वो अनलकी हैं और उनको वो पावर की ज़रूरत नहीं है। आई एम हैप्पी कि आप लोग सब यहाँ पे हो और अपने समय को हमारे साथ में शेयर करने के लिए। अगर मैं आपको अपना समय दे रही हूँ तो आप भी तो अपना कीमती समय मुझे दे रहे हो ना। सही है कि समय की कदर करना सीखो। आप अपने आप में पावरफुल हो। पावरफुल कैसे हो कि परमात्मा सबको शक्ति देता है किसी ना किसी रूप में, लेकिन हम अपनी शक्तियों को पहचानते नहीं हैं। अंदर से जागरूकता नहीं आती है हमारे अंदर, हम कुछ करना नहीं चाहते हैं, हम उसको हम प्रूव नहीं करके दिखाना चाहते हैं। जिस दिन हमारे अंदर अपने दिल की, अपने इनर सोल की हम सुनेंगे, उस जागरूकता की तरफ हम बढ़ जाएंगे, तो हम अपना 100% डिवोट करके उस जगह पहुंच जाएंगे। कहते हैं ना कि परमात्मा सबका दानी है, सबको देता है। उसी तरह उन्होंने हमें ये शक्ति दी है कि हम भी जॉब करने वाले की जगह जॉब प्रोवाइडर भी बन सकते हैं। आप जॉब सीकर बनना चाहोगे या जॉब प्रोवाइडर बनना चाहोगे? कभी सीखा है या सोचा है इसके बारे में? सोचा है किसी ने? कभी चाहोगे 4, 5, 10 लोग मेरे अंडर काम करते हों, 50, 100, मैं भी कुछ ऐसा बनूं, मेरे अंदर भी वो काबिलियत हो कि मैं भी वहाँ तक पहुँच जाऊँ। अब्दुल कलाम एक न्यूज़पेपर बॉय के नाम से वो फेमस थे। ये इसी नाम से फेमस थे, किसी ने उनकी स्टोरी सुनी थी? वो न्यूज़पेपर बेचते थे और हमारे भारत के क्या बने, बताना चाहेंगे आप? मोदी जी क्या थे? चाय बेचते थे, प्राइम मिनिस्टर बन गए। सचिन तेंदुलकर को देखा, +2 10th में कई बार फेल हुए
और इंडिया के बेस्ट बैट्समैन हम सभी, अगर मैं ये नहीं मानती हूँ कि किसी भी काम को छोटा, हर काम की अपनी एक जगह है। चाहे आपको खेल पसंद है तो खेलों में अपने आप को बढ़ाओ, अगर आपको आईटी सेक्टर में जाना पसंद है तो अपने आप को आईटी सेक्टर में जी जान मार के लगा दो। अगर आपको लगता है कि मैं एक इंडस्ट्रियलिस्ट बन सकता हूँ, आप छोटे रूप में सरकार की, जैसे कि मैम ने भी बताया, आपके सर भी कहते हैं कि सरकार आज आपको वो सुविधाएं देने को ज़रूरी तैयार है, लेकिन पहले आप उसके लिए कुछ अपना माइंड वॉश करके तैयार तो हो जाओ। आपकी शिक्षा, आपकी जो ज़रूरत की एक भूख है, हम स्कूल क्यों आते हैं? हम बहुत लकी हैं, हमारे पेरेंट्स ने अपने शेड्यूल में से, अपनी पैसों की कमाई में से वो बचत करके हमारे को सपोर्ट करने के लिए, हमें बड़ा आदमी बनाने के लिए वो शिक्षा के लिए पैसा निकाला। सही है ना? कितनी मेहनत से, आपको कितनी मेहनत करते होंगे पेरेंट्स? क्या क्या तनख्वाह होगी पेरेंट्स की? कोई बहुत ज़्यादा तनख्वाह वाले पेरेंट्स नहीं है ना हमारे, लेकिन उसके बावजूद वो हमें स्कूल में भेज रहे हैं कि कुछ अच्छे, हमसे बड़े, हमसे ऊंचे सपने देखते हैं वो भी कि आप भी बन जाओ। तो बनना है, बन नहीं जाओ, हमने वो बनना है। कैसे बनना है? उनके सपनों को अपने अंदर बसा के, पूरी मेहनत से। हम गवर्नमेंट की स्कीम्स को भी तभी प्रूव कर पाएंगे और तभी उनका मज़ा ले पाएंगे। उसी को प्रूव करने के लिए हमें एटलीस्ट अपने दिमाग को दौड़ाना है। कोई ना कोई, देखो कितने प्रोजेक्ट्स आते हैं, छोटे से काम से शुरू करोगे, काम अपने आप बड़ा हो जाएगा। बड़ी सक्सेसफुल स्टोरीज़ हैं बहुत। मैं खुद एक बिज़नेस एंटरप्रेन्योर हूँ, मेरी फैमिली बिज़नेस फैमिली है। मेरे फादर बिजनेसमैन, मेरे फादर इन लॉ बिजनेसमैन, सफल बिजनेसमैन, लेकिन कि अपने फाइनल टर्म के एग्ज़ाम दे रही है और बीच में हमें कहती है कि मेरे को लगता है मैंने तो सारी एजुकेशन ऐसे ही कर ली, मैं कुछ और बनना चाहती थी, आप मुझे वहाँ पे एडमिशन लेने दो। उसने पूरे इंडिया के डिफरेंस 15 दिन के अंदर पूरे इंडिया की जगह जगह जितने अच्छे अच्छे फैशन बिजनेस मैनेजमेंट के स्कूल्स थे, सभी जगह पे एंट्रेंस दी और सभी में अपेयर कर गई। हम दिल्ली गए, बैंगलोर गए, बॉम्बे गए, हैदराबाद गए। और बॉम्बे जाके ISRI के अंदर उसने वहाँ पे पहुँच के बोला कि ऐसे कीजिए, आप दोनों मेरा जाके पैकअप कर लाइए, मैं यहीं पे एडमिशन लेके पढ़ना चाहती हूँ और एक बिज़नेस मैनेजमेंट फैशन ब्रांड में करना चाहती हूँ। यू कांट इमेजिन कि जिसके पिता हर रोज़ का उसका 10,000 रुपये का खर्चा उठा सकते थे, उस बच्चे ने 10 रुपये की मेट्रो ट्रेन में हर रोज़ सफ़र किया। उसके पिता उसको कहते थे कि तुम टैक्सी करो, 400 रुपये आने की और 400 रुपये जाने की। बोले पापा ये 400 रुपये तो आपके हैं, मेरे नहीं हैं। मेरी तो अभी 18,000 रुपये से शुरुआत है ज़िंदगी की, तो मैं तो 10 रुपये ही अफोर्ड कर सकती हूँ। जब वो शाम को ऑफिस से रात को 10 बजे तक उसे काम करना पड़ता था, मैंने क्या बोला कि नौकरी करना बहुत ज़रूरी है। तो मैं उसको बोलती थी कि तुम अपना किसी होटल से अच्छी जगह से खाना खा लो, मैंने तुम्हें कार्ड दिया है, तुम अच्छे से पे कर सकते हो। बोले मम्मा वो कार्ड पापा का बोनस है, पापा दे रहे हैं, मेरे खाते में जमा हो रहा है। लेकिन मैं क्या बताना चाहती हूँ कि मेरी सैलरी से तो मैं 30 रुपये की खिचड़ी ही खा सकती हूँ। तो हर रोज़ प्रभा देवी के एक 8,000 रुपये किराए के कमरे में रहती थी और रोज़ उसके नीचे एक कामत स्टोर था, वहाँ पे खिचड़ी बनती थी। 80 रुपये की पूरी प्लेट होती थी और 30 रुपये की आधी प्लेट होती थी। और यू कांट इमेजिन कि मैं टेबल पे लगा हुआ बुफे खा नहीं पाती थी। मुझे लगता था कि मेरे बच्चे तो ज़िंदगी का स्ट्रगल कर रहे हैं और मैं कैसी मम्मा बनूं कि उनको निवाला दे नहीं सकती और ख़ुद वो लगा हुआ लाफिश फूड खा लूं। तो मैंने भी अपनी ज़रूरतों को उनके हिसाब से उनसे सीखा और कम कर लिया। सही है कि मेरे बच्चों ने मुझे ज़िंदगी जीना सिखाया कि कमाना तो मैं भी कमाना चाहती हूँ, मैं भी पापा जैसा बनना चाहती हूँ, मैं भी मम्मा आपकी तरह सफल बिजनेसमैन बनना चाहती हूँ। पैसे तो आप कमाते हो, लेकिन आपने हमें साथ साथ में बड़े होते ये सिखा दिया कि बहुत मेहनत है हर एक के साथ ज़िंदगी की जीना और ख़ुद से एंटरप्रेन्योर बनना। तो हम भी वो बनना चाहते हैं। वो वहाँ पे जॉब करके उसने इंडिया के टॉप मोस्ट ब्रांड फेमिना, इंडिया टुडे, हार्पर्स बाज़ार, ग्रेसिया ऐसी मैगजीन्स में HR की पोस्ट पे काम किया, असिस्टेंट GM की पोस्ट पे काम किया उसने।
और मुझे इतना प्राउड फील होता था कि जब वो जो सेलिब्रिटीज़ के लिए वहाँ पे सोर्सिंग होती थी, काम होता था, तो मैं कहती थी कि तुम कभी कोई फ़ोटो नहीं खिंचाते, उनके साथ फ़ोटो खिंचा के मुझे भेजो ना। तो वो क्या कहती थी, ये तो दूसरों की वाह से सेलिब्रिटी बने हैं, इनके साथ फ़ोटो खिंचा के क्या मज़ा। मैं तो आपके विश्वास से बड़ी हुई हूँ, मुझे तो आपके साथ फ़ोटो खिंचानी है। अच्छा लगता है ना। उसने कभी किसी फिल्म स्टार के साथ में फ़ोटो नहीं खिंचवाई। 5 साल उसने ज़िंदगी के इंडस्ट्री को दिए और फिर उसकी शादी हो गई। उसी तरह से मेरा बेटा इंडिया का पहला पियर्सन स्कॉलर बना जिसको 4 CR की स्कॉलरशिप मिली। कोई छोटी मोटी रकम नहीं थी। मैं उसको बोलती थी, उसके स्कूल वाले घर पे आए, वो भी DAV का ही है, जैसे आप लोग DAV के हो। वो DAV जो लॉरेंस रोड पे ब्रांच है, CBSE बोर्ड से पढ़ा है, वो भी DAV से ही पढ़ा है। उसका भी बचपन एक आम आप लोगों को जैसा ही रहा है, लेकिन उसमें कुछ करने की चाह थी। उसने अपने आप में विश्वास किया और वो बड़ा आदमी बना। दैट्स ऑल। प्रिंसिपल डॉक्टर अमरदीप गुप्ता ने बताया कि उच्च शिक्षा के संस्थानों में भी इंक्यूबेशन लैब के माध्यम से युवाओं को स्टार्टअप के लिए प्रेरित किया जा रहा है। इसके लिए उन्हें समुचित संसाधन के साथ वित्तीय सहायता की उपलब्धि कराई जा रही है। इस कार्यक्रम में युवाओं की पोल्ट्री फार्म, चिप्स, जैम, केचप निर्माण की जानकारी भी दी गई। युवाओं ने अपने बिजनेस आइडियाज़ भी साझे किए। मैं अपनी ग्रैजुएशन ਕੈਨੇਡਾ ਤੋਂ ਕੀਤੀ ਹੈ। 1 ਸਾਲ ਯੂਨੀਵਰਸਿਟੀ ਲਾਏ ਆ, 2 ਸਾਲ ਕਾਲਜ 'ਚ, ਅਤੇ ਉੱਥੇ ਐਨਵਾਇਰਨਮੈਂਟ ਟੈਕਨੀਸ਼ੀਅਨ ਦੀ ਜੋਬ ਕੀਤੀ ਹੈ। ਨਾ ਮਿਹਨਤ ਤੋਂ ਭੱਜਿਆ, ਨਾ ਪੜ੍ਹਾਈ ਤੋਂ। ਅਤੇ ਯੂਨੀਵਰਸਿਟੀ ਵਿੱਚ ਅਸੀਂ 4-5 ਦੋਸਤ ਜਿਹੜੇ ਮਿਲੇ ਸੀਗੇ, ਸਾਡਾ ਇਹ ਸੀਗਾ ਕਿ ਅਸੀਂ ਬਿਜ਼ਨਸ ਪ੍ਰੋਗਰਾਮ 'ਚ ਨਹੀਂ ਜਾਣਾ। ਸਾਨੂੰ ਇਹ ਸੀਗਾ ਅਸੀਂ ਅੱਛੇ ਪ੍ਰੋਗਰਾਮ 'ਚ ਜਾਣਾ, ਸਿਰਫ PR ਹੋਣ ਲਈ ਅਸੀਂ ਕੈਨੇਡਾ ਨਹੀਂ ਚੱਲੇ, ਠੀਕ ਹੈ। ਅਤੇ ਅੱਜ ਉਹ ਸਾਰੇ ਜਿਹੜੇ 4-5 ਦੋਸਤ ਨੇ ਉਹ ਇੱਥੇ ਹੀ ਨੇ, ਉਹ ਵਾਪਸ ਆ ਗਏ ਨੇ। ਅਤੇ ਇੱਕ ਦੋਸਤ ਨੇ ਤਾਂ ਇਹ ਵੀ ਕਿਹਾ ਸੀਗਾ, ਉਹਦੇ ਜਿਹੜਾ ਜੋਬ ਕਰਦਾ ਸੀ ਪਾਰਟ ਟਾਈਮ, ਉਹ ਕਹਿੰਦਾ ਸੀ ਉਹਦਾ ਇੰਪਲੋਇਰ ਤੁਹਾਨੂੰ ਜੋਬ ਕਿੰਨੇ ਦੇਣੀ ਹੈ, ਤੁਸੀਂ ਤਾਂ ਕਰਜ਼ੇ 'ਤੇ ਆਏ ਜੇ। ਅਤੇ ਅੱਜ ਉਹਨੇ ਕੈਨੇਡਾ 'ਚ ਘਰ ਲਿਆ ਅਤੇ ਘਰ ਰੈਂਟ 'ਤੇ ਵੀ ਨਹੀਂ ਦਿੱਤਾ, ਅਤੇ ਕਿਸ਼ਤੋਂ ਇੱਥੋਂ ਤਾਰਦਾ। ਅਤੇ ਰਿਐਲਿਟੀ ਜੋ ਕੈਨੇਡਾ ਦੀ ਹੈ ਉਹ ਤੁਹਾਨੂੰ ਮੈਂ ਦੱਸਾਂਗਾ, ਅਤੇ ਇੰਡੀਆ ਦੀ ਵੀ ਕੀ ਰਿਐਲਿਟੀ ਹੈ ਮੈਂ ਉਹ ਵੀ ਦੱਸਾਂਗਾ। ਸਭ ਤੋਂ ਪਹਿਲਾਂ ਤਾਂ ਅਸੀਂ ਇੰਡੀਆ ਨੂੰ ਕਿਉਂ ਚੂਜ਼ ਕਰੀਏ। ਓਬਵੀਅਸ ਜੀ ਗੱਲ ਆ ਵੀ ਅਸੀਂ ਇੱਥੇ ਬੋਰਨ ਹੋਏ ਆ, ਠੀਕ ਹੈ। ਜੋ ਅਸੀਂ ਇੱਥੇ ਸਟੈਂਡ ਹੋ ਜਾਣਾ ਹੈ, ਬੜਾ ਰੇਅਰ ਹੈ ਕਿ ਇੰਨੀ ਘੱਟ ਸਟਰਗਲ ਨਾਲ ਅਸੀਂ ਕਿਸੇ ਦੂਜੇ ਮੁਲਕ ਵਿੱਚ ਕਾਮਯਾਬ ਹੋ ਸਕੀਏ। ਸਭ ਤੋਂ ਪਹਿਲਾਂ ਤਾਂ ਇੱਥੇ ਆ ਜਾਂਦੀਆਂ ਨੇ ਬੈਟਰ ਐਗਰੀਕਲਚਰ ਓਪਰਚੁਨਿਟੀਜ਼, ਜਿਨ੍ਹਾਂ ਲਈ ਗੌਰਮੈਂਟਸ ਆਪ ਗ੍ਰਾਂਟਸ ਦਿੰਦੀਆਂ ਨੇ। ਜਿੱਦਾਂ ਕਿ ਮੈਡਮ ਨੇ ਮੈਂਸ਼ਨ ਕੀਤਾ ਸੀਗਾ ਕਿ ਇੱਕ ਬਿਜ਼ਨਸ ਨੂੰ ਸ਼ੁਰੂ ਕਰਨ ਲਈ ਸਭ ਤੋਂ ਪਹਿਲਾ ਚੈਲੰਜ ਹੁੰਦਾ ਹੈ ਉਹਦੀਆਂ ਫੰਡਿੰਗਸ, ਠੀਕ ਹੈ। ਅਤੇ ਫੰਡਿੰਗਸ ਲਈ ਇੱਥੇ ਗੌਰਮੈਂਟ ਬਹੁਤ ਹੈਲਪ ਕਰਦੀ ਹੈ। ਅਤੇ ਦੂਜੀ ਗੱਲ ਜਿਹੜੀ ਅਸੀਂ ਫਿਲਮਾਂ 'ਚ ਵੇਖਦੇ ਹਾਂ ਕਿ ਕੈਨੇਡਾ 'ਚ ਸਨੋ ਪੈ ਰਹੀ ਹੈ ਅਤੇ ਸਨੋਫਾਲ ਵਿੱਚ ਹੀਰੋ ਹੀਰੋਇਨ ਆਪਸ ਵਿੱਚ ਇੰਜੋਏ ਕਰ ਰਹੇ ਨੇ। ਇੱਦਾਂ ਦੀ ਕੋਈ ਗੱਲ ਨਹੀਂ। ਜਦੋਂ ਸਨੋ ਹੁੰਦੀ ਹੈ ਅਤੇ 6 ਮਿੰਟ ਇੱਥੇ ਵੀ ਹੈ, ਤੁਸੀਂ ਉੱਦਾਂ ਵੀ 30-40 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਜੇ, ਉੱਥੇ ਜਦੋਂ ਚਲੇ ਜਾਂਦੇ ਜੇ ਉਦੋਂ ਵੀ ਤਾਂ ਇੱਥੋਂ ਮੰਗਵਾਉਂਦੇ ਜੇ, ਠੀਕ ਹੈ। ਅਤੇ ਇਹੀ ਜੇ ਤੁਸੀਂ ਪੈਸਾ ਇੱਥੇ ਇਨਵੈਸਟ ਕਰੋ ਅਤੇ ਮੈਨੂੰ ਲੱਗਦਾ ਕਿ ਸ਼ਾਇਦ ਬੈਂਕਾਂ ਨੂੰ, ਦੂਜੇ ਬੈਂਕਾਂ, ਕਿਸੇ ਹੋਰ ਸਾਡੇ ਨੇਬਰ ਮੁਲਕਾਂ ਤੋਂ ਲੋਨ ਲੈਣ ਦੀ ਲੋੜ ਹੀ ਨਾ ਪਵੇ, ਠੀਕ ਹੈ ਨਾ। ਜੇ ਉਹੀ ਅਸੀਂ ਇਕੱਲਾ ਬੱਚਾ ਜਿਹੜਾ ਬਾਹਰ ਜਾਂਦਾ ਹੈ ਇੱਥੇ ਇਨਵੈਸਟ ਕਰੇ। इस अवसर पर कन्वीनर डॉक्टर मनप्रीत कौर, डॉक्टर नैना हांडा, प्रोफेसर बलराम सिंह यादव, अध्यापक चरणजीत सिंह, संजीव सयाल, जवाहर विशेष रूप से उपस्थित रहे।